सतगुर की जिसनु मत आवे सो सतगुर माही समाना। एह बाणी जो जियो जाने तिस अंतर रवै हर नामा। बाणी गुरु गुरु है बाणी विच बाणी अमृत सारे। गुर बाणी कहे सेवक जन मानै पर तख गुरु निस्तारे। बाणी बिरलो विचारसी जे को गुरमुख होए। एह बाणी महापुरख की निज घर वासा होए। सुख हो टल गुर सेविया दर्शन परसे गुरु कै। जन्म मरण दुख जाए। सज्जन सच्चा बात साहो सिर साहांद साहो। जिस पास बैठिया सोहिया सबना दा वेसाहो। सतनाम श्री वाहिगुरु साहिब जी। श्लोक महला चौथा। गुरमुख अंतर सात है मन तन नाम समाए। नमो चितवै नाम पढ़ै नाम रह लिव लाए। गुरमुख अंतर सात है मन तन नाम समाए। नामो चितवै नाम पढ़ै नाम रह लिव लाए। नाम पदार्थ पाया चिंता गई बिलाए। सतगुर मिलिया नाम उपजै तिसना भुख सब जाए। नानक नामे रत्या
ਨਾਮੋ ਪੱਲੇ ਪਾਏ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਨ੍ਹਾਂ ਅਜਮਤਾਂ ਦੇ, ਇਨ੍ਹਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦੇ ਹਾਂ। ਦੀਵਾਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਨਿਜਮਤ ਮਰਿਆਦਾ ਦੇ ਅਨੁਸਾਰ ਜੋ ਹੁਣ ਸਮਾਂ ਹੈ, ਹਰ ਰੋਜ਼ ਦੀ ਤਰ੍ਹਾਂ ਉਸ ਹਰੀ ਦੇ ਮੰਦਰ ਵਿੱਚੋਂ, ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਜੋ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ, ਜੋ ਅੱਜ ਰੱਬੀ ਹੁਕਮ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਸ਼ ਹੋਇਆ, ਉਸ ਦੀ ਵਿਚਾਰਦਾ। ਰਾਗ ਸੋਰਠ ਹੈ ਜੋ ਬਾਣੀ ਦਾ ਕਾਵ ਸਰੂਪ ਹੈ, ਉਹ ਵਾਰ ਹੈ। ਇਹ ਵਾਰ ਵੀ ਚੌਥੇ ਪਾਤਸ਼ਾਹ ਜੀ ਦੀ ਹੈ। ਦੇਵਨੇਤ ਇਸ ਦੇ ਪੌੜੀ ਦੇ ਨਾਲ ਜਿਹੜੇ 2 ਸ਼ਲੋਕ ਦਰਜ ਨੇ, ਉਹ ਵੀ ਗੁਰੂ ਚੌਥੇ ਪਾਤਸ਼ਾਹ ਦੇ ਨੇ। ਗੁਰੂ ਰਾਮਦਾਸ ਮਹਾਰਾਜ ਜੀ ਦੇ ਸਤਿਗੁਰੂ ਜੀ ਨੇ ਅੱਜ ਬੜੀ ਕਿਰਪਾ ਕੀਤੀ ਹੈ, ਸਾਨੂੰ ਇੱਕ ਮਾਰਗ ਦਰਸ਼ਨ ਬਖਸ਼ਿਆ ਹੈ। ਕਿਉਂਕਿ ਸਾਡੇ ਵਿੱਚ ਇੱਕ ਸ਼ਬਦ, ਜੇ ਆਪਾਂ ਕਿਸੇ ਨੂੰ ਸੰਤ ਨਹੀਂ ਕਹਿੰਦੇ, ਬ੍ਰਹਮ ਗਿਆਨੀ ਨਹੀਂ ਕਹਿੰਦੇ, ਮਹਾਪੁਰਖ ਨਹੀਂ ਕਹਿੰਦੇ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਕਿ ਸਾਰੇ ਸ਼ਬਦ ਜਿਨ੍ਹਾਂ ਨੂੰ ਸਤਿਗੁਰੂ ਨੇ ਆਪਣੀ ਬਾਣੀ ਵਿੱਚ ਦਰਜ ਕੀਤਾ ਹੈ, ਇਹ ਗੁਰੂ ਸਾਹਿਬਾਨਾਂ ਵਾਸਤੇ
ਤੇ ਗੁਰੂ ਦੇ ਨਵਾਜੇ ਹੋਏ ਗੁਰਸਿੱਖਾਂ ਵਾਸਤੇ ਸਾਨੂੰ ਪ੍ਰਾਪਤ ਹੁੰਦੇ ਨੇ। ਪਰ ਇੱਕ ਸ਼ਬਦ ਅਸੀਂ ਆਮ ਸਮਝਦੇ ਹਾਂ ਕਿ ਸ਼ਾਇਦ ਇਹ ਥੋੜਾ ਜਿਹਾ ਇਹਦੀ ਉਹਨਾਂ ਨਾਲੋਂ ਡਿਗਰੀ ਘੱਟ ਹੈ। ਅਸੀਂ ਇੱਕ ਦੂਜੇ ਨੂੰ ਗੁਰਮੁਖ ਕਹਿ ਦਿੰਦੇ ਹਾਂ। ਅੱਜ ਸਤਿਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਹ ਸ਼ਬਦ ਵੀ ਉਸੇ ਪੱਧਤੀ ਦਾ ਸ਼ਬਦ ਹੈ। ਤੁਸੀਂ ਕਿਸੇ ਨੂੰ ਭਗਤ ਕਹਿ ਦਿਓ, ਗੁਰਮੁਖ ਕਹਿ ਦਿਓ, ਸਾਧੂ ਕਹਿ ਦਿਓ, ਸੰਤ ਕਹਿ ਦਿਓ, ਇਹ ਉਸੇ ਹੀ ਕਰਨੀ ਨੂੰ ਕੋਈ ਪ੍ਰਾਪਤ ਹੋਵੇ ਤਾਂ ਉਹ ਇਹਨਾਂ ਸ਼ਬਦਾਂ ਦੇ ਨਾਲ, ਇਹਨਾਂ ਪਦਾਂ ਦੇ ਨਾਲ ਸ਼ਿੰਗਾਰਿਆ ਜਾ ਸਕਦਾ ਹੈ। ਨਹੀਂ ਤਾਂ ਸੱਚ ਤਾਂ ਇਹੋ ਹੀ ਹੈ ਕਿ ਕਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ। ਕੋਈ ਵੀ ਵਿਅਕਤੀ ਆਪਣੇ ਆਪ ਨੂੰ ਊਣਾ, ਊਰਾ, ਥੋੜਾ ਘੱਟ ਕਰਕੇ ਨਾ ਮੰਨਣਾ ਚਾਹੁੰਦਾ ਹੈ, ਨਾ ਦੱਸਣਾ ਚਾਹੁੰਦਾ ਹੈ। ਸਤਿਗੁਰੂ ਜੀ ਨੇ ਅੱਜ ਕਿਰਪਾ ਕੀਤੀ ਹੈ, ਫਿਰ ਇਹ ਵੀ ਦੱਸਿਆ ਹੈ ਕਿ ਗੁਰੂ ਨੇ ਇਦਾਂ ਦਾ ਇੱਕ ਪਿੰਡ ਵੀ ਵਸਾਇਆ, ਇੱਕ ਥੇ ਬੰਨਿਆ। ਵੇਖੋ, ਜਿਹੜੇ ਸਾਡੇ ਉਹ ਸ਼ਬਦ ਜਿਹੜੇ ਸਾਨੂੰ ਬਜ਼ੁਰਗਾਂ ਤੋਂ ਮਿਲੇ, ਜਿਹੜੇ ਟ੍ਰੈਡੀਸ਼ਨਲ ਗੁਰਸਿੱਖੀ ਦੇ ਲਈ ਜਾਂ ਗੁਰਸਿੱਖੀ ਦੇ ਵਿੱਚ ਜਿਹੜੇ ਸ਼ਬਦ ਵਰਤੇ ਜਾਂਦੇ ਰਹੇ, ਜਿਵੇਂ ਅੱਜ ਅਸੀਂ ਕਹਿੰਦੇ ਜੀ ਸਟੋਨ ਰੱਖਣਾ ਹੈ ਜੀ, ਸਾਡਾ ਸ਼ਬਦ ਹੈ ਟੱਕ ਲਾਉਣਾ। ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਗੁਰੂ ਰਾਮਦਾਸ ਨੇ ਆਰੰਭ ਕੀਤੀ ਸੀ ਤਾਂ ਇੱਥੇ ਟੱਕ ਲਾਇਆ ਸੀ। ਫਿਰ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਸ਼ੁਰੂ ਹੋਈ ਤਾਂ ਉਦੋਂ ਨੀਂਹ ਰੱਖੀ ਸੀ। ਜਦੋਂ ਅੰਮ੍ਰਿਤਸਰ ਸਾਹਿਬ ਦੀ ਨਗਰੀ ਵਸਾਈ ਤੇ ਇਸ ਨਗਰੀ ਦੀ ਮੋਢੀ ਗੱਡੀ ਸੀ। ਇਦਾਂ ਦੇ ਸ਼ਬਦ ਸਾਨੂੰ, ਜਿਹੜੀ ਗੁਰਮਤ ਦੀ ਡਿਕਸ਼ਨਰੀ ਉਹਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ ਨੇ। ਤੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਗੁਰਮੁਖ ਉਹ ਹੈ ਜਿਹਦੇ ਅੰਦਰ ਸ਼ਾਂਤੀ ਹੈ। ਹੁਣ ਮੇਰੀ ਗੱਲ ਦਾ ਕੋਈ ਗੁੱਸਾ ਨਾ ਕਰੇ, ਇਹ ਸ਼ਬਦ ਸ਼ਾਇਦ ਕਦੇ ਮੇਰੇ ਮੂੰਹ ਤੋਂ ਵੀ ਨਿਕਲੇ ਹੋਣ, ਤੁਹਾਡੇ ਤੋਂ ਵੀ ਨਿਕਲੇ ਹੋਣ, ਪਰ ਇਹ ਆਮ ਹੀ ਹੁੰਦਾ ਹੈ। ਗਿਆਨੀ ਜੀ ਮੇਰੇ ਅੰਦਰ ਨਾ ਅੱਗ ਲੱਗ ਗਈ, ਕਹਿੰਦਾ ਵੀ ਜੇ ਅੱਗ ਲੱਗ ਗਈ ਤੇ ਗੁਰਮੁਖਤਾ ਹੀ ਕਿੱਥੇ ਹੈ, ਸ਼ਾਂਤੀ ਕਿੱਧਰ ਗਈ? ਉਹਦਾ ਤੇ ਭੋਗ ਪੈ ਗਿਆ। ਇਦਾਂ ਲੱਗਦਾ ਜਿੱਦਾਂ ਉਹ ਕੈਪਸੂਲ ਹੁੰਦੇ ਨੇ ਨਾ, ਵੈਸੇ ਕੈਪਸੂਲ ਖਾਲੀ ਵੀ ਮਿਲਦੇ ਜੇ। ਆ ਜਿਹੜੇ ਦੇਸੀ ਹਕੀਮ ਨੇ, ਇਹਨਾਂ ਨੇ ਹੁਣ ਨਵਾਂ ਕੰਮ ਸ਼ੁਰੂ ਕੀਤਾ ਵੀ ਉਹ ਪੁੜੀ ਨਹੀਂ ਬੰਨ੍ਹ ਕੇ ਦਿੰਦੇ, ਉਹ ਕੈਪਸੂਲ 'ਚ ਆਪਣੀ ਦਵਾਈ ਪਾ ਦਿੰਦੇ ਨੇ। ਐਕਚੁਅਲੀ ਇੱਕ ਦਵਾਈ ਹੁੰਦੀ, ਉਹਦੀ ਗੋਲੀ ਨਹੀਂ ਬਣਾਈ, ਉਹਦਾ ਟੀਕਾ ਨਹੀਂ ਬਣਾਇਆ ਤੇ ਉਹਨੂੰ ਕੈਪਸੂਲ 'ਚ ਪਾ ਕੇ ਦੇਤਾ। ਮੈਨੂੰ ਇਦਾਂ ਲੱਗਦਾ ਵੀ ਅਸੀਂ ਜ਼ਹਿਰੀਲੇ ਜੇ ਕੈਪਸੂਲ ਬਣ ਕੇ ਤੁਰੇ ਫਿਰਦੇ ਆ। ਸਾਨੂੰ ਅੱਗ ਲੱਗ ਜਾਂਦੀ ਹੈ, ਸਾਡਾ ਅੰਦਰ ਸੜ ਜਾਂਦਾ ਹੈ। ਇਹਦਾ ਅਰਥ ਇਹ ਹੈ ਕਿ ਅਸੀਂ ਉਸ
ਅਵਸਥਾ ਨੂੰ, ਉਸ ਪੱਧਤੀ ਨੂੰ ਪ੍ਰਾਪਤ ਨਹੀਂ ਹੋਏ। ਅੱਜ ਗੁਰੂ ਰਾਮਦਾਸ ਪਿਤਾ ਨੇ ਬੜੀ ਕਿਰਪਾ ਕੀਤੀ ਹੈ। ਇੱਕ ਇੱਕ ਸ਼ਬਦ ਨੂੰ ਧਿਆਨ ਨਾਲ ਸੁਣਿਓ। ਅੱਜ ਤੋਂ ਬਾਅਦ ਤੁਹਾਨੂੰ ਇੱਕ ਪੈਰਾਮੀਟਰ ਪ੍ਰਾਪਤ ਹੋ ਜਾਏਗਾ। ਵੇਖੋ, ਕਹਿਣ ਨੂੰ ਤੁਸੀਂ ਬੋਲੋ ਜੀ ਸਦਕੇ ਬੋਲੋ, ਪਰ ਤੁਹਾਨੂੰ ਇੱਕ ਪਹਿਚਾਣ ਜ਼ਰੂਰ ਹੋ ਜਾਏਗੀ ਕਿ ਜਿਹਦੇ ਲਈ ਬਾਰ-ਬਾਰ ਆਉਂਦਾ ਹੈ ਸ਼ਬਦ। ਹੁਣ ਜਿਵੇਂ ਇੱਕ ਸ਼ਬਦ ਹਰ ਭੋਗ ਤੇ ਬੋਲਿਆ ਜਾਂਦਾ ਹੈ, ਗੁਰਮੁਖ ਜਨਮ ਸਵਾਰ। ਹੁਣ ਤੁਹਾਨੂੰ ਸਮਝ ਆ ਜਾਏਗੀ ਵੀ ਵਾਕਈ ਇਦਾਂ ਦਾ ਬੰਦਾ ਸੀ ਉਹ ਜਿਹੜਾ ਜਨਮ ਸਵਾਰ ਕੇ ਚਲਾ ਗਿਆ, ਜਾਂ ਗੁਰਮੁਖ ਲਾਦਾ ਮਨਮੁਖ ਗਵਾਇਆ। ਗੁਰਮੁਖ ਨੇ ਜੀਵਨ ਵਿੱਚ ਲਾਭ ਪ੍ਰਾਪਤ ਕੀਤਾ, ਮਨਮੁਖ ਨੇ ਆਪਣੇ ਜੀਵਨ ਦੇ ਵਿੱਚ ਸਭ ਕੁਝ ਲੌਸ ਕਰ ਲਿਆ। ਜੋ ਕੁਝ ਕੋਲ ਸੀ ਉਹ ਵੀ ਉਹਨੇ ਆਪਣਾ ਗਵਾ ਲਿਆ। ਗੁਰਮੁਖ ਦੇ ਅੱਖਰੀ ਅਰਥ ਜਿਹੜੇ ਨੇ, ਗੁਰੂ ਦੀ ਸ਼ਰਨ ਵਿੱਚ ਰਹਿਣ ਵਾਲਾ, ਜਿਹਦਾ ਮੁੱਖ ਗੁਰੂ ਵੱਲ ਹੈ। ਇਹ ਆਮ ਅਸੀਂ ਰੋਜ਼ ਸੁਣਦੇ ਹਾਂ ਕਿ ਜਿਹਦਾ ਮਨ ਵਾਲੇ ਪਾਸੇ ਮੁੱਖ ਹੈ ਉਹ ਮਨਮੁਖ ਹੈ, ਜਿਹਦਾ ਗੁਰੂ ਵਾਲੇ ਪਾਸੇ ਮੁੱਖ ਹੈ ਉਹ ਗੁਰਮੁਖ ਹੈ। ਜਿਹੜਾ ਗੁਰੂ ਦੀ ਸ਼ਰਨ ਵਿੱਚ ਹੈ ਉਹ ਗੁਰਮੁਖ ਹੈ। ਜਿਹੜਾ ਗੁਰੂ ਦੀ ਸ਼ਰਨ ਤੋਂ ਦੂਰ ਚਲਾ ਗਿਆ ਉਹ ਮਨਮੁਖ ਹੈ। ਇਦਾਂ ਦੀ ਅਸੀਂ ਵਿਆਖਿਆ ਸੁਣਦੇ ਹਾਂ, ਕਰਦੇ ਹਾਂ। ਅੱਜ ਗੁਰੂ ਨੇ ਇਹਦਾ ਹੋਰ ਵਿਸਥਾਰ ਸਾਡੀ ਝੋਲੀ ਵਿੱਚ ਪਾਇਆ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਤ ਹੈ, ਮਨ ਤਨ ਨਾਮ ਸਮਾਏ। ਗੁਰਮੁਖ ਉਹ ਹੈ ਜਿਹਦੇ ਅੰਦਰ ਸ਼ਾਂਤੀ ਹੈ, ਪੀਸ ਹੈ, ਸਕੂਨ ਹੈ, ਸਹਿਜ ਹੈ, ਅਡੋਲਤ ਹੈ। ਭਾਵ ਉਹਦੇ ਉੱਤੋਂ ਭਾਵੇਂ ਕੁਛ ਲੰਘ ਜਾਏ। ਇਹ ਕਥਾ ਤੁਸੀਂ ਵੀ ਸੁਣੀ, ਮੈਂ ਵੀ ਸੁਣੀ ਹੈ ਕਿ ਗੁਰੂ ਅਰਜਨ ਦੇ ਪਿਤਾ ਮਹਾਰਾਜ ਦੇ ਸਮੇਂ ਵੀ ਇਹ ਬਚਨ ਆਖਿਆ ਗਿਆ। ਗੁਰੂ ਤੇਗ ਬਹਾਦਰ ਸਾਹਿਬ ਪਿਤਾ ਮਹਾਰਾਜ ਦੀ ਸ਼ਹਾਦਤ ਦੇ ਸਮੇਂ ਵੀ ਇਹ ਸ਼ਬਦ ਆਖਿਆ ਗਿਆ ਕਿ ਮਹਾਰਾਜ ਜੀ ਹੁਕਮ ਕਰੋ ਤੇ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਈਏ। ਭਾਵ ਦੋਵਾਂ ਸ਼ਹਿਰਾਂ ਨੂੰ ਇਦਾਂ ਤਲੀ ਤੇ ਰੱਖ ਕੇ ਇਹਦਾ ਆਪਸ ਵਿੱਚ ਉਹਨੇ ਤਾੜੀ ਮਾਰ ਦਈਏ। ਤਾਂ ਗੁਰੂ ਜੀ ਨੇ ਪੁੱਛਿਆ ਸੀ ਵੀ ਇਹ ਸ਼ਕਤੀ ਤੇਰੇ ਕੋਲ ਕਿੱਥੋਂ ਆਈ ਹੈ? ਦੋਵੇਂ ਸਿੱਖ ਵੱਖਰੇ ਵੱਖਰੇ ਸੀ। ਆਖਿਆ ਮਹਾਰਾਜ ਤੁਹਾਡੇ ਕੋਲ। ਉੱਥੇ ਮਹਾਰਾਜ ਨੇ ਕਿਹਾ ਵੀ ਸਾਡੇ ਕੋਲ ਹੈ ਨਹੀਂ। ਜੇ ਸਾਡੇ ਕੋਲ ਤੁਹਾਡੇ ਕੋਲ ਚਲੀ ਗਈ ਹੈ ਤਾਂ ਸਾਡੇ ਕੋਲ ਮੁੱਕ ਥੋੜਾ ਗਈ ਹੈ ਕੋਈ। ਸਾਡੇ ਕੋਲ ਹੈ ਨਹੀਂ। ਨਹੀਂ ਮਹਾਰਾਜ ਹੈਗੀ ਹੈ। ਕਹਿੰਦੇ ਵੀ ਸ਼ਾਂਤੀ ਨਾਲ ਰਹੋ। ਵੇਖੋ, ਸ਼ਾਂਤੀ ਦੇ ਅਰਥ ਜਦੋਂ ਵੀ ਕਰਨੇ ਤੁਸੀਂ ਗੁਰੂ ਅਰਜਨ ਸਾਹਿਬ ਤੋਂ ਹੀ ਸਿੱਖਣੇ ਨੇ। ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ। ਮੈਨੂੰ ਬੜੇ ਬੰਦੇ ਨੇ ਫੋਨ ਕਰਕੇ, ਗਿਆਨੀ ਜੀ ਗੁੱਸਾ ਤਾਂ ਨਹੀਂ ਕਰੋਗੇ? ਮੈਂ ਕਿਹਾ ਵੀ ਮੈਂ ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ, ਨਾ ਮੈਂ ਕੋਈ ਗੁਰਮੁਖ ਹਾਂ, ਨਾ ਮੈਂ ਕੋਈ ਸੰਤ ਹਾਂ। ਤੂੰ ਗੁੱਸੇ ਵਾਲੀ ਗੱਲ ਨਾ ਕਰੀ, ਮੈਂ ਨਹੀਂ ਕਰੂੰਗਾ। ਇਹਦਾ ਮਤਲਬ ਤੂੰ ਮਿੱਥ ਕੇ ਬੈਠਾ ਵੀ ਮੈਂ ਗੱਲ ਕਰਨੀ ਉੱਥੋਂ ਹੈ। ਅਮੂਮਨ ਅਸੀਂ ਕਿਸੇ ਦੀ ਗੱਲ ਤੋਂ ਭੜਕ ਜਾਂਦੇ ਹਾਂ। ਇਹਦਾ ਅਰਥ ਹੈ ਕਿ ਅਸੀਂ ਅਜੇ ਬਹੁਤ ਦੂਰ ਆ। ਮੈਂ ਤੇ ਇੱਕ ਬਜ਼ੁਰਗਾਂ ਕੋਲ ਇੱਕ ਸ਼ਬਦ ਸੁਣੇ ਸੀ। ਬਹੁਤੇ ਸ਼ਬਦ ਮੈਂ ਆਪਣੀ ਨਾਨੀ ਦੇ ਕੋਟ ਕਰਦਾ ਹੁੰਨਾ। ਇੱਥੇ ਬਡਾਲਾ ਪਿੰਡ ਮੈਂ ਇੱਥੇ ਹੀ ਰਿਹਾ, ਇੱਥੇ ਹੀ ਪੜ੍ਹਿਆ ਮੈਂ ਨਾਨੀ ਮਾਂ ਕੋਲੋਂ।
ਔਰ ਮੈਂ ਆਪਣੀ ਜ਼ਿੰਦਗੀ 'ਚ ਉਸ ਨੂੰ ਵਾਕਈ ਸੰਤ ਦੇ ਰੂਪ ਵਿੱਚ ਵੇਖਿਆ। ਤੁਸੀਂ ਯਕੀਨ ਕਰੋਗੇ ਮੈਂ ਕਦੇ ਨਹੀਂ ਸੀ ਉਸ ਆਪਣੀ ਨਾਨੀ ਮਾਂ ਦੇ ਮੂੰਹ ਤੋਂ ਸੁਣਿਆ ਹੋਵੇ ਵੱਡੀ ਤੋਂ ਵੱਡੀ ਗੱਲ ਹੁੰਦੀ ਸੀ ਹਾ ਹਾ ਆ ਕੀ ਕਹਿ ਦਿੱਤਾ, ਹਾ ਹਾ ਆ ਕਿਉਂ ਕਰ ਦਿੱਤਾ। ਮੈਂ ਨਹੀਂ ਸੁਣਿਆ ਕਿਸੇ ਨੂੰ ਕਹਿੰਦੇ ਦਿਰ ਫਿਟੇ ਮੂੰਹ, ਲੱਖ ਲਾਣਤੀ, ਤੂੰ ਮਰ ਕਿਉਂ ਨਾ ਗਿਆ, ਨਾ ਮੈਂ ਨਹੀਂ ਸੁਣਿਆ। ਔਰ ਮੈਂ ਉਸ ਆਪਣੀ ਮਾਂ ਨੂੰ ਜਿਹੜੀ 100 ਸਾਲ ਤੋਂ ਵੱਡੀ ਹੋ ਕੇ ਮਰੀ ਹੈ, ਮੈਂ ਉਹਦੀਆਂ ਪੋਤ ਨੂੰਹਾਂ ਨੂੰ ਮੰਜੀ ਖਿੱਚਦਿਆਂ ਵੇਖਿਆ ਆਪਣੇ ਘਰਾਂ 'ਚ ਵੀ ਆਹ ਮਹੀਨਾ ਮਾਂ ਮੇਰੇ ਘਰ ਰਹੂਗੀ, ਇਹ ਬੇਬੇ ਦੀ ਮੰਜੀ ਮੇਰੇ ਘਰ ਚਾਹੀਦੀ, ਮੈਂ ਸੇਵਾ ਕਰਨੀ ਹੈ। ਇੱਥੇ ਤਾਂ ਨੂੰਹਾਂ ਨਹੀਂ ਭਾਰ ਚੱਲਦੀਆਂ, ਪੋਤ ਨੂੰਹਾਂ ਨੇ ਕਿੱਥੇ ਚੱਲਣਾ ਹੈ। ਤੋ ਬੀਜੀ ਮਾਤਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਪੁੱਤਰ ਫਕੀਰਾ ਫਕੀਰੀ ਦੂਰ ਹੈ, ਜਿਵੇਂ ਉੱਚੀ ਲੰਬੀ ਖਜੂਰ ਹੈ, ਭਗਤੀ ਦਾ ਘਰ ਬੜੀ ਦੂਰ ਹੈ। ਵੇਖੋ ਜਿਹੜੇ ਅਸੀਂ ਸ਼ਸਤਰਾਂ ਦੀ ਗੱਲ ਕਰਦੇ ਆ, ਇਹ ਗੁਰੂ ਹਰਗੋਬਿੰਦ ਪਿਤਾ ਜੀ ਨੇ ਸਾਨੂੰ ਹੁਕਮ ਕੀਤਾ कि ये मोर आ गया सुनो मेरे प्यारे, बिना केस तेगंग देवो ना दीदारे। ਅੱਜ ਤੁਸੀਂ ਵੇਖੋਗੇ ਜਦੋਂ ਵੀ ਸਿੱਖ ਦੀ ਫੋਟੋ ਆਉਂਦੀ ਹੈ ਉਦੋਂ ਸਾਡੇ ਹੱਥ ਵਿੱਚ ਸ਼ਮਸ਼ੀਰ ਹੁੰਦੀ ਹੈ, ਸ਼ਸਤਰ ਹੁੰਦੇ ਨੇ। ਸਾਡੀ ਟ੍ਰੈਡੀਸ਼ਨ ਵੀ ਹੈ, ਸ਼ਸਤਰ ਸਾਡੇ ਪੀਰ ਨੇ, ਸਾਡੇ ਤਖਤਾਂ ਤੇ ਸੁਸ਼ੋਭਤ ਨੇ, ਹਰ ਸਿੱਖ ਨੂੰ ਹੁਕਮ ਹੈ। ਪਰ ਇੱਥੇ ਜਿਹੜੀ ਨਿੱਕੀ ਜੀ ਗੱਲ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਸ਼ਸਤਰਾਂ ਤੋਂ ਪਹਿਲਾਂ ਜਿਹੜੀ ਗੁਰੂ ਨੇ ਪੋਥੀ ਦਿੱਤੀ ਸੀ ਉਹ ਕਿੱਥੇ ਹੈ, ਜਿਹੜੀ ਬਾਣੀ ਦਿੱਤੀ ਸੀ ਉਹ ਕਿੱਥੇ ਹੈ। ਸ਼ਸਤਰ ਤਾਂ ਆ ਗਏ, ਮੈਨੂੰ ਇੱਕ ਬਹੁਤ ਵੱਡੇ ਅਫਸਰ ਨੇ ਵੈਪਨ ਦੇ ਲਾਇਸੈਂਸ ਲਈ ਇੱਕ ਗੱਲ ਕਹੀ ਸੀ। ਕਹਿਣ ਲੱਗਾ ਗਿਆਨੀ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਵੈਪਨ ਹੁੰਦਾ ਹੈ ਨਾ, ਇਹ ਸਿਰਫ ਦੋ ਹੀ ਕੰਮ ਕਰਦਾ ਹੈ, ਪਿਸਟਲ ਹੋ ਗਿਆ, ਰਿਵਾਲਵਰ ਹੋ ਗਿਆ। ਮੈਂ ਕਿਹਾ ਕੀ? ਕਹਿੰਦਾ ਜਾਂ ਤੇ ਗੁੱਸੇ 'ਚ ਆ ਕੇ ਆਪਣੇ ਆਪ ਨੂੰ ਗੋਲੀ ਮਾਰੇਗਾ ਤੇ ਜਾਂ ਗੁੱਸੇ 'ਚ ਆ ਕੇ ਸਾਹਮਣੇ ਵਾਲੇ ਨੂੰ ਗੋਲੀ ਮਾਰੇਗਾ। ਕਹਿੰਦਾ ਰੋਟੀਆਂ ਨਹੀਂ ਜੀ ਪਕਾਉਂਦਾ। ਇਹਦਾ ਅਰਥ ਕੀ ਹੈ? ਇਹਦਾ ਅਰਥ ਹੈ ਕਿ ਸ਼ਸਤਰ ਉਸ ਬੰਦੇ ਕੋਲ ਹੋਣੇ ਚਾਹੀਦੇ ਨੇ ਜਿਹਦਾ ਸੈਲਫ ਕੰਟਰੋਲ ਹੈ, ਕਿਉਂਕਿ ਜਿਹੜੀ ਵਿਆਖਿਆ ਇਹਦੀ ਆਈ ਸਾਡੇ ਕੋਲੇ ਉਹ ਕੀ ਹੈ? ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ। ਇਹ ਇਸ ਗੱਲ ਦੀ ਸ਼ੋਰਟੀ ਤੁਸੀਂ ਕਰਨੀ ਹੈ ਕਿ ਜਦੋਂ ਤੁਸੀਂ ਸ਼ਸਤਰ ਚੁੱਕੇ, ਜਦੋਂ ਤੁਸੀਂ ਸ਼ਮਸ਼ੀਰ ਕੱਢੀ, ਕਿ ਤੁਹਾਡੇ ਕੋਲ ਕੋਈ ਰਸਤਾ ਨਹੀਂ ਸੀ ਬਚਿਆ। ਦੇਖੋ ਇਸ ਗੱਲ ਦੀ ਜ਼ਿੰਮੇਵਾਰੀ ਤੁਹਾਡੀ ਹੈ। ਸ਼ਸਤਰ ਸਾਡੇ ਪੀਰ ਨੇ, ਤਖਤਾਂ ਤੇ ਸੁਸ਼ੋਭਤ ਨੇ। ਹਰ ਸਿੱਖ ਆਪਣੇ ਅੰਗ ਤੇ ਸਜਾ ਕੇ ਗੁਰੂ ਦੇ ਦਰਬਾਰ ਵਿੱਚ ਆਉਂਦਾ ਹੈ। ਗੁਰੂ ਖੁਦ ਕਹਿੰਦਾ ਹੈ ਕਿ ਭਾਈ ਤੂੰ ਬਾਣੀ ਤੇ ਬਾਣੇ ਵਿੱਚ ਹਰ ਵਕਤ ਤਿਆਰ ਬਰ ਤਿਆਰ ਰਹਿਣਾ ਹੈ। ਪਰ ਕੀ ਇਹ ਤੇ ਨਹੀਂ ਵੀ ਨਿੱਕੀ ਨਿੱਕੀ ਗੱਲ ਤੇ ਅਸੀਂ ਕਿਰਪਾਨ ਕੱਢ ਲਵਾਂਗੇ, ਨਿੱਕੀ ਨਿੱਕੀ ਗੱਲ ਤੇ ਅਸੀਂ ਹਥਿਆਰ ਕੱਢ ਲਵਾਂਗੇ। ਗੁਰੂ ਅਰਜਨ ਸਾਹਿਬ ਪਿਤਾ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਪਿਤਾ ਜੀ ਨੇ ਸ਼ਸਤਰ ਚੁੱਕੇ ਸੀ। ਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਕਲਗੀਧਰ ਪਿਤਾ ਨੇ ਚੁੱਕੇ ਸੀ। ਇਸੇ ਸਥਾਨ ਤੇ ਮੇਰੀ ਕਥਾ ਸੀ। ਇਹ ਗੱਲ 2004 ਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪਾਵਨ ਪ੍ਰਕਾਸ਼ ਗੁਰਪੁਰਬ।
ਪੰਥ ਨੇ ਮਨਾਇਆ। ਇੱਥੇ ਵੀ ਹਾਜ਼ਰੀ ਸੀ, ਫਿਰ ਸ਼ਹੀਦਾਂ ਸਾਹਿਬ ਦੇ ਬਾਹਰ ਵੀ ਸੀ। ਅਸੀਂ ਦਿੱਲੀ ਤੋਂ ਤੁਰੇ, ਡਰਾਈਵਰ ਮੈਂ ਲੈ ਲਿਆ ਦਿੱਲੀ ਕਮੇਟੀ ਵੱਲੋਂ, ਗੱਡੀ ਮੇਰੇ ਦੋਸਤ ਨੇ, ਭਰਾ ਨੇ ਲੈ ਲਈ। ਮੈਂ ਪਿਛਲੀ ਸੀਟ ਤੇ ਬੈਠਾ, ਮੇਰੀ ਅੱਖ ਲੱਗ ਗਈ। ਜਦੋਂ ਅੱਖ ਖੁੱਲੀ ਤੇ ਗੱਡੀ 140 ਤੇ ਮੈਂ ਡਰਾਈਵਰ ਨੂੰ ਪੁੱਛਿਆ, ਮੈਂ ਕਿਹਾ ਵੀ ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਰੱਖਿਆ ਸੀ? ਕਹਿੰਦਾ ਹਾਂ। ਮੈਂ ਕਿਹਾ ਪਰ ਉਹਨੇ ਤਾਂ ਕੌਮ ਵਾਸਤੇ ਰੱਖਿਆ ਸੀ। ਕਹਿੰਦਾ ਹਾਂਜੀ। ਮੈਂ ਕਿਹਾ ਤੂੰ ਕਿਹਦੇ ਲਈ ਰੱਖੀ ਫਿਰਦਾ? ਕਥਾ ਮੈਂ ਕਰਨੀ ਹੈ, ਗੱਡੀ 140 ਤੇ ਤੂੰ ਭਜਾਉਣ ਡਿਆ ਵੀ ਤੂੰ ਤੇ ਡਰਾਈਵਰ ਆਦਮੀ ਹੈ। ਲੇਟ ਹੋਵਾਂਗਾ ਮੈਂ ਹੋਵਾਂਗਾ, ਪਹਿਲਾਂ ਪਹੁੰਚਾਂਗਾ ਮੈਂ ਪਹੁੰਚਾਂਗਾ। ਮੈਂ ਕਿਹਾ ਤੂੰ ਕਾਹਨੂੰ ਸੀਸ ਤਲੀ ਤੇ ਰੱਖ ਲਿਆ ਵੀ ਤੂੰ ਆਪ ਮਰੇਗਾ ਨਾਲ ਸਾਨੂੰ ਵੀ ਮਾਰੇਗਾ? ਵੀ 140 ਤੇ ਜਾਣ ਦਾ ਮੀਨਿੰਗ ਕੀ ਹੈ, ਮਤਲਬ ਕੀ ਹੈ? ਅੱਜ ਤੁਸੀਂ ਕਿਸੇ ਸਿੱਖ ਨੂੰ ਪੁੱਛ ਲੈਣਾ, ਗੁਰੂ ਮਹਾਰਾਜ ਨੇ ਸਾਨੂੰ ਮਰਨਾ ਸਿਖਾਇਆ ਹੈ, ਤੁਹਾਨੂੰ ਜਿਉਣਾ ਨਹੀਂ ਸਿਖਾਇਆ। ਸਿਰਫ ਮਰਨਾ ਹੀ ਦੱਸਿਆ, ਮਰਨਾ ਹੈ ਬਸ। ਤੁਸੀਂ ਮਰਨਾ ਤੇ ਉਦੋਂ ਦੱਸਿਆ ਜਦੋਂ ਕੋਈ ਜੀਵਨ ਦਾ ਰਸਤਾ ਬਾਕੀ ਨਹੀਂ ਬਚਿਆ। ਤਾਂ ਫਿਰ ਜੇ ਤੂੰ ਫਾਂਸੀ ਵੀ ਚੜ੍ਹਨਾ ਤੇ ਜਕਾਰੇ ਛੱਡ ਕੇ ਚੜ੍ਹਨਾ ਹੈ, ਉਹ ਨਾ ਵੀ ਤੈਨੂੰ ਚੁੱਕ ਕੇ ਰੱਸੇ ਗਲ ਪਾਉਣਾ ਪਵੇ ਤੇਰੇ। ਇਹ ਗੁਰਮੁਖ ਦੀ ਅਵਸਥਾ ਹੈ, ਉਹ ਸ਼ਾਂਤ ਹੈ। ਮੈਂ ਤੇ ਹਮੇਸ਼ਾ ਬੇਨਤੀ ਕਰਦਾ, ਕਿਸੇ ਦੀ ਨਿਮਰਤਾ ਨੂੰ ਕਾਇਰਤਾ, ਨਿਮਰਤਾ ਨੂੰ ਕਮਜ਼ੋਰੀ ਨਾ ਮੰਨਣਾ। ਇਹ ਅਰਥ ਨਾ ਕਰ ਦੇਣਾ ਕਦੇ, ਬੜੀ ਵੱਡੀ ਬੇਕੂਫੀ ਹੋ ਜਾਏਗੀ ਸਾਡੇ ਕੋਲੋਂ ਕਿ ਕੋਈ ਆਦਮੀ ਨਿਮਰਤਾ ਨਾਲ ਹੱਥ ਜੋੜ ਰਿਹਾ ਸੀ ਕਿ ਇੱਥੇ ਡਰਦਾ ਹੈ ਜੀ। ਬਜ਼ੁਰਗ ਕਹਿੰਦੇ ਹੁੰਦੇ, ਕਹਿੰਦੇ ਪੁੱਤ ਸਿਆਣਾ ਅੰਦਰ ਵੜੇ ਤੇ ਕਪੱਤਾ ਕਵੇ ਮੇਰੇ ਤੋਂ ਡਰਦਾ ਹੈ। ਹਾਲਾਤ ਇਹ ਬਣੇ ਹੋਏ ਨੇ। ਪਹਿਲਾਂ ਸਾਬਤ ਕਰੋ ਕਿ ਸਾਡੇ ਕੋਲ ਨਿਮਰਤਾ ਹੈ, ਸਾਡੇ ਕੋਲ ਦਇਆ ਹੈ, ਸਾਡੇ ਕੋਲ ਸੱਤ ਹੈ, ਸਾਡੇ ਕੋਲ ਸੰਤੋਖ ਹੈ। ਇਹ ਪਹਿਲਾਂ ਸਾਬਤ ਕਰੀਏ ਅਸੀਂ। ਔਰ ਇਹ ਜ਼ਰੂਰ ਚੇਤਾ ਰੱਖਣਾ, ਜਿੰਨੀ ਸ਼ਾਂਤੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਵਿੱਚ ਹੈ ਤੇ ਜਿੰਨੀ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਹੈ, ਇਹ ਸ਼ਾਂਤੀ ਦੀ ਇੱਕ ਹੱਦ ਹੈ। ਪੁੱਤਰ ਹੋਇਆ, ਭਰਾ ਨਹੀਂ ਸੀ ਚਾਹੁੰਦਾ ਪ੍ਰਿਥੀ ਚੰਦ, ਭਰਜਾਈ ਬਿਲਕੁਲ ਨਹੀਂ ਸੀ ਚਾਹੁੰਦੀ, ਭਰਜਾਈ ਵੀ ਨਹੀਂ ਸੀ ਚਾਹੁੰਦੀ। ਫਿਰ ਉਹਨਾਂ ਨੇ ਮਾਰਨ ਦਾ ਵੀ ਕੋਈ ਯਤਨ ਬਾਕੀ ਨਹੀਂ ਛੱਡਿਆ। ਇਹ ਕਥਾ ਮੈਂ ਖੁਦ ਇਤਿਹਾਸ ਵਿੱਚ ਕੀਤੀ ਵੀ ਹੈ, ਤੁਸੀਂ ਵੀ ਸੁਣੀ ਹੋਣੀ ਹੈ। ਜਿਸ ਦਿਨ ਪਹਿਲੇ ਦਿਨ ਉਸ ਬਾਲਕ ਨੂੰ ਲੈ ਕੇ ਮਾਤਾ ਗੰਗਾ ਜੀ ਹਰਮੰਦਰ ਸਾਹਿਬ ਆਉਂਦੇ ਨੇ, ਇੱਥੇ ਮੱਥਾ ਟਿਕਾਉਣ ਤੋਂ ਬਾਅਦ ਸਿੱਧੇ ਕਿੱਥੇ ਗਏ? ਬਾਬੇ ਪ੍ਰਿਥੀ ਚੰਦ ਦੇ ਘਰ। ਤੇ ਗੁਰੂ ਅਰਜਨ ਸਾਹਿਬ ਨੇ ਖੁਦ ਬੱਚਾ ਬਾਬੇ ਪ੍ਰਿਥੀ ਚੰਦ ਦੀ ਝੋਲੀ ਵਿੱਚ ਪਾ ਦਿੱਤਾ। ਆਖਿਆ ਤੁਹਾਡੀ ਵੱਡਿਆਂ ਦੀ ਕਿਰਪਾ ਹੋਈ ਹੈ, ਮੈਨੂੰ ਵਾਹਿਗੁਰੂ ਨੇ ਪੁੱਤਰ ਦਿੱਤਾ ਹੈ। ਹੱਦ ਕੋਈ ਇਸਤੀ ਹੈ, ਹੱਦ ਕਿ ਗੁਰੂ ਅਰਜਨ ਸਾਹਿਬ ਨੂੰ ਨਹੀਂ ਸੀ ਪਤਾ ਵੀ ਇਹਨਾਂ ਨੇ ਕੋਈ ਕਸਰ ਛੱਡੀ ਨਹੀਂ ਬੱਚੇ ਨੂੰ ਮਾਰਨ ਲਈ। ਔਰ ਮੈਂ ਬੱਚਾ ਲੈ ਕੇ ਇਹਨਾਂ ਦੇ ਘਰ ਹੀ ਨਹੀਂ ਚੱਲਿਆ, ਜਾ ਕੇ ਗੋਦ 'ਚ ਰੱਖ ਦਿੱਤਾ। ਪਰ ਇਹ ਚੇਤਾ ਰੱਖਣਾ, ਗੁਰੂ ਅਰਜਨ ਸਾਹਿਬ ਨੂੰ ਮਾਰਨ ਵਾਲਾ ਬਾਬਾ ਪ੍ਰਿਥੀ ਚੰਦ ਪਹਿਲਾਂ ਮਰਿਆ ਹੈ। ਇਹ ਗੱਲ ਕਦੇ ਨਾ ਭੁੱਲਣਾ। ਜਿਸ ਵਿਅਕਤੀ ਦੀ ਵੀ ਇਹ ਅਵਸਥਾ ਹੈ, ਉਹਨੂੰ ਅੱਜ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਮੰਦਾ ਚਿਤਵਤ ਪਚਿਆ। ਭਾਵੇਂ ਸ਼ਬਦ ਸੁਲਹੀ ਪਠਾਨ ਵਾਸਤੇ ਹੈ, ਪਰ ਇਹ ਸਾਡੇ ਸਾਰਿਆਂ ਵਾਸਤੇ ਵੀ ਹੈ। ਗੁਰਮੁਖ ਉਹ ਹੈ ਜਿਹਦੇ ਅੰਦਰ ਸ਼ਾਂਤੀ ਹੈ। ਕਿਉਂ ਹੈ? ਮਨ ਤਨ ਨਾਮ ਸਮਾਏ। ਉਹਦੇ ਮਨ ਵਿੱਚ ਵੀ ਨਾਮ ਹੈ, ਉਹਦੇ ਤਨ ਵਿੱਚ ਵੀ ਨਾਮ ਹੈ। ਇਹਨੂੰ ਕਹਿੰਦੇ ਨੇ ਗੁਰਮੁਖ ਰੋਮ ਰੋਮ ਹਰ ਧਿਆਵੇ। ਤੁਹਾਨੂੰ ਇੱਥੇ ਕਈ ਇਦਾਂ ਦੇ ਗੁਰਮੁਖ ਮਿਲਣਗੇ, ਬੁੱਲ ਕੰਬਣ ਲੱਗ ਜਾਣਗੇ, ਹੱਥ ਕੰਬਣ ਲੱਗ ਜਾਣਗੇ, ਅੱਖਾਂ ਮੋਟੀਆਂ ਹੋ ਜਾਣਗੀਆਂ। ਮੇਰੇ ਵਰਗਾ ਗਰੀਬ ਤੇ ਉਦਾਂ ਹੀ ਹੱਥ ਜੋੜ ਦਿੰਦਾ ਵੀ ਨਹੀਂ ਜੀ ਹੁਣ ਤੁਸੀਂ ਦੱਸੋ ਵੀ ਤੁਸੀਂ ਕੀ ਚਾਹੁੰਦੇ ਹੋ।
ਅਗਰ ਇਹ ਅਵਸਥਾ ਹੈ ਕਿ ਇੱਕ ਛਿੜ ਵਿੱਚ ਸਾਡਾ ਟੈਂਪਰ ਲੂਜ਼ ਹੋ ਜਾਂਦਾ ਹੈ, ਅਸੀਂ ਉਬਲ ਜਾਂਦੇ ਹਾਂ, ਤਾਂ ਕਦੇ ਵੀ ਇਸ ਭੁਲੇਖੇ 'ਚ ਨਾ ਜਿਉਣਾ ਕਿ ਅਸੀਂ ਗੁਰਮੁਖ ਹਾਂ। ਕਿਤੇ ਨੇੜੇ ਤੇੜੇ ਵੀ ਨਹੀਂ ਪਹੁੰਚੇ ਆਪਾਂ। ਇਹ ਗੁਰਮੁਖਤਾਈ ਦੀ ਸ਼ਾਂਤੀ ਉਹਨੂੰ ਮਿਲੇਗੀ ਜਿਹਦੇ ਮਨ ਵਿੱਚ ਵੀ ਨਾਮ ਹੈ, ਜਿਹਦੇ ਤਨ ਵਿੱਚ ਵੀ ਨਾਮ ਹੈ। ਹਾਂਜੀ। ਨਾਮੋ ਚਿਤਵੈ ਨਾਮ ਪੜੈ, ਨਾਮ ਰਹਿ ਲਿਵ ਲਾਏ। ਉਹ ਚੇਤੇ ਕਿਹਨੂੰ ਕਰਦਾ ਹੈ? ਨਾਮ ਨੂੰ। ਪੜਦਾ ਕੀ ਹੈ? ਨਾਮ। ਉਹਦੀ ਲਿਵ ਕਿੱਥੇ ਲੱਗੀ ਰਹਿੰਦੀ ਹੈ? ਨਾਮ ਵਿੱਚ। ਹਾਂਜੀ। ਨਾਮ ਪਦਾਰਥ ਪਾਇਆ, ਚਿੰਤਾ ਗਈ ਬਿਲਾਏ। ਉਹਨੇ ਨਾਮ ਦਾ ਪਦਾਰਥ ਹਾਸਲ ਕਰ ਲਿਆ। ਹੁਣ ਕੀ ਹੈ? ਹੁਣ ਕੋਈ ਚਿੰਤਾ ਹੀ ਨਹੀਂ, ਕਿਉਂਕਿ ਉਹਨੇ ਪੜ੍ਹ ਲਿਆ ਕਿ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਭ ਧਰਤੀਆਂ ਦੇ ਟੁਕੜੇ ਨਾਮ ਤੋਂ ਪੈਦਾ ਹੋਏ ਨੇ। ਸਾਰੇ ਸੰਸਾਰ ਦੀ ਰਚਨਾ ਨਾਮ ਤੋਂ ਹੋਈ ਹੈ। ਨਾਮ ਕੇ ਧਾਰੇ ਸਗਲੇ ਜੰਤ, ਸਾਰੇ ਜੀਵ ਨਾਮ ਤੋਂ ਹੀ ਪੈਦਾ ਹੋਏ ਨੇ। ਜਿਸ ਘਰ ਵਿੱਚ ਤੁਸੀਂ ਬੈਠੇ ਹੋ, ਇੱਥੇ ਨਾਮੇ ਕੀ ਵਡਿਆਈ ਹੈ? ਨਾ ਧਾਗੇ ਦੀ, ਨਾ ਤਵੀਤ ਦੀ, ਨਾ ਲਾਚੀਆਂ ਦੀ, ਨਾ ਕਿਸੇ ਆਟੇ ਦੀ, ਨਾ ਕਿਸੇ ਸੁਆਹ ਦੀ ਪੁੜੀ ਦੀ। ਇੱਥੇ ਕਿਸੇ ਦੀ ਕੋਈ ਵਡਿਆਈ ਨਹੀਂ ਹੈ। ਇੱਥੇ ਨਾਨਕ ਕੈ ਘਰ ਕੇਵਲ ਨਾਮ। ਜਦੋਂ ਆਵਾਜ਼ ਸੁਣੋਗੇ ਇਹੀ ਆਏਗੀ, ਮਰਦਾਨਿਆ ਬਾਣੀ ਆਈ ਹੈ। ਕਿੱਥੇ ਗਈ ਹੈ? ਉਹ ਏਡਾ ਵੱਡਾ ਸਤਿਗੁਰੂ ਬਾਣੀ ਲੈ ਕੇ ਆਇਆ, ਤਾਂ ਅਸੀਂ ਉਸ ਬਾਣੀ ਨੂੰ ਕਿਹਾ ਵੀ ਨਹੀਂ, ਇਹਨੂੰ ਤਾਂ ਸੰਭਾਲ ਦੇਣਾ ਚਾਹੀਦਾ ਹੈ। ਬਾਣੀ ਦੀ ਥਾਂ ਅਸੀਂ ਗੀਤ ਗਾਉਣੇ ਸ਼ੁਰੂ ਕਰ ਦਿੱਤੇ। ਫਿਰ ਬਾਣੀ ਦੇ ਲਈ ਤੁਸੀਂ ਵੇਖੋ, ਗੁਰੂ ਨੇ ਸਾਨੂੰ ਹਰਿਮੰਦਰ ਦਿੱਤਾ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਕਿ ਜਿੱਦਣ ਸਿੱਖੀ ਦਾ ਨਿਚੋੜ ਕੱਢੋਗੇ, ਤੁਹਾਨੂੰ ਇੱਕੋ ਹੀ ਗੱਲ ਸਮਝ ਆਏਗੀ ਕਿ 10 ਗੁਰੂ ਸਾਹਿਬਾਨ ਧਰਤੀ ਤੇ ਕਿਉਂ ਆਏ? ਕਿਉਂਕਿ ਉਹਨਾਂ ਨੇ ਸੰਸਾਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ ਸੀ। ਬਸ ਇੱਕ ਮਾਤਰ ਮਿਸ਼ਨ ਸੀਗਾ। ਔਰ 10 ਗੁਰੂਆਂ ਦਾ ਇਤਿਹਾਸ ਪੜ੍ਹ ਲਓ। ਜੋ ਕੁਝ ਵੀ ਕੀਤਾ ਹੈ ਗੁਰੂ ਬਾਣੀ ਦੇ ਅਦਬ ਲਈ ਕੀਤਾ ਹੈ। ਜੇ ਖਾਲਸੇ ਦੀ ਸਾਜਣਾ ਕੀਤੀ ਤਾਂ ਉਹ ਵੀ ਇਸੇ ਵਾਸਤੇ ਕੀਤੀ ਹੈ। ਦੇਖੋ, ਇੱਕ ਪਲਾਨਿੰਗ ਹੁੰਦੀ ਹੈ। ਹਰਿਮੰਦਰ ਸਾਹਿਬ ਦੀ ਧਰਤੀ ਕਿਸ ਨੇ ਖਰੀਦੀ? ਗੁਰੂ ਅਮਰਦਾਸ ਨੇ। ਸੇਵਾ ਕਿਹਨੇ ਸ਼ੁਰੂ ਕੀਤੀ? ਗੁਰੂ ਰਾਮਦਾਸ ਨੇ। ਹਰਿਮੰਦਰ ਸਾਹਿਬ ਦੀ ਰਚਨਾ ਕਿਹਨੇ ਕੀਤੀ? ਗੁਰੂ ਅਰਜਨ ਸਾਹਿਬ ਨੇ। तो ਉਹਦੇ ਵਿੱਚ ਪ੍ਰਕਾਸ਼ ਕਿਹਦਾ ਕੀਤਾ? ਗੁਰੂ ਗ੍ਰੰਥ ਸਾਹਿਬ ਦਾ। ਫਿਰ ਇਸ ਤੋਂ ਵੱਡਾ ਹੋਰ ਸਾਨੂੰ ਕੀ ਪ੍ਰਮਾਣ ਚਾਹੀਦਾ? ਗੁਰੂ ਅਰਜਨ ਸਾਹਿਬ ਖੁਦ ਬੈਠਦੇ ਸੀ ਇੱਥੇ, ਜਿੱਥੇ ਅੱਜ ਮਹਾਰਾਜ ਦਾ ਅਸੀਂ ਪ੍ਰਕਾਸ਼ ਕਰਦੇ ਹਾਂ। ਇੱਥੇ ਗੁਰੂ ਅਰਜਨ ਸਾਹਿਬ ਖੁਦ ਬੈਠਦੇ ਸੀ। ਉਹਨਾਂ ਨੇ ਆਪ ਹੀ ਬਹਿਣਾ ਛੱਡ ਦਿੱਤਾ। ਆਖਿਆ ਨਹੀਂ, ਬਾਬਾ ਬੁੱਢਾ ਸਾਹਿਬ ਨੂੰ ਕਿਹਾ ਵੀ ਨਹੀਂ, ਇੱਥੇ ਮੰਜੀ ਸਥਾਪਿਤ ਕਰੋ। ਇੱਥੇ ਜਿੱਥੇ ਆਪ ਆਰਾਮ ਕਰਦੇ ਸੌਂਦੇ ਸੀ, ਉਹ ਕੋਠਾ ਸਾਹਿਬ ਵੀ ਦੇ ਦਿੱਤਾ। ਕਿਹਨੂੰ? ਗ੍ਰੰਥ ਸਾਹਿਬ ਨੂੰ। ਬਾਣੀ ਆਉਂਦੀ ਰਹੀ, ਬਾਣੀ ਇਕੱਠੀ ਹੁੰਦੀ ਰਹੀ, ਬਾਣੀ ਗਾਉਂਦੇ ਰਹੇ, ਬਾਣੀ ਵਿਚਾਰੀ ਜਾਂਦੀ ਰਹੀ, ਬਾਣੀ ਦੇ ਤੋਂ ਗ੍ਰੰਥ ਲਿਖੇ ਜਾਂਦੇ ਰਹੇ, ਗ੍ਰੰਥ ਸੰਪੂਰਨ ਹੁੰਦੇ ਰਹੇ, ਉਹਦੇ ਉਲੱਥੇ ਹੁੰਦੇ ਰਹੇ। ਅਖੀਰ ਉਸ ਗ੍ਰੰਥ ਨੂੰ ਮੱਥਾ ਟੇਕ ਦਿੱਤਾ ਗਿਆ ਤੇ ਹੁਕਮ ਕਰ ਦਿੱਤਾ ਗਿਆ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਤਾਂ ਨਹੀਂ ਨਾ ਕਿਹਾ ਵੀ ਗ੍ਰੰਥ ਨੂੰ ਗੁਰੂ ਮੰਨਿਓ ਤੇ ਸਾਡੀਆਂ ਮੂਰਤੀਆਂ ਲਾਗੇ ਰੱਖ ਲਿਓ ਜੇ, ਸਾਡੀਆਂ ਪ੍ਰਤਿਮਾ ਬਣਾਇਓ, ਤਸਵੀਰਾਂ ਬਣਾਇਓ ਤੇ ਉਹ ਵੀ ਲਾਗੇ ਰੱਖ ਕੇ ਇਹਨੂੰ ਮੱਥਾ ਟੇਕਿਓ ਜੇ। ਨਹੀਂ ਕਿਹਾ ਨਾ। ਇਹਦਾ ਅਰਥ ਹੀ ਹੈ ਕਿ ਸਤਿਗੁਰੂ ਜੀ ਨੇ ਸਾਨੂੰ ਸਿਰਫ ਨਾਮ ਦਾ ਪਦਾਰਥ ਦਿੱਤਾ ਹੈ।
ਤੇ ਜਿਹਨੂੰ ਮਿਲ ਗਿਆ ਅੱਜ ਗੁਰੂ ਰਾਮਦਾਸ ਕਹਿੰਦੇ ਨੇ ਚਿੰਤਾ ਗਈ ਬਲਾਏ, ਉਹਦੇ ਫਿਕਰ ਮੁੱਕ ਗਿਆ। ਫਿਕਰ ਕਿਉਂ ਮੁੱਕ ਗਿਆ? ਫਿਕਰ ਇਸ ਕਰਕੇ ਮੁੱਕ ਗਿਆ ਵੀ ਸਮਝ ਆ ਗਈ। ਦੇਖੋ ਬਾਣੀ ਪੜ੍ਹਨ ਦਾ ਅਰਥ ਕੀ ਹੈ? ਮੈਂ ਤਾਂ ਪ੍ਰਿੰਸੀਪਲ ਸਤਬੀਰ ਸਿੰਘ ਤੋਂ ਗੱਲ ਸੁਣੀ ਸੀ, ਬੜੇ ਵਿਦਵਾਨ ਸਨ। ਉਹ ਕਹਿੰਦੇ ਭਾਈ ਏਡਾ ਵੱਡਾ ਗੁਰੂ ਗ੍ਰੰਥ ਸਾਹਿਬ ਹੈ, ਜੇ ਏਡੇ ਵੱਡੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝਣਾ ਹੋਵੇ ਤੇ ਛੋਟੇ ਰੂਪ ਦੇ ਵਿੱਚ ਕੋਈ ਹੈ ਤਾਂ ਕਹਿੰਦੇ ਸੀ ਜਪਜੀ ਸਾਹਿਬ। ਹੁਣ ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਸ਼ਲੋਕ ਨੇ। ਹੁਣ ਉਹਦਾ ਤਾਤਪਰਯ ਸਮਝਣਾ ਹੋਵੇ ਤੇ ਸਾਰੇ ਵਿਦਵਾਨ ਇੱਕ ਮਤ ਕਹਿੰਦੇ ਨੇ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਦੇ ਵਿੱਚ ਚੱਲਣਾ ਹੈ, ਕਿਉਂਕਿ ਹੋਣਾ ਹੀ ਉਹਦੇ ਹੁਕਮ ਵਿੱਚ ਹੈ। ਜੋ ਹੋਇਆ ਹੈ ਉਹਦੇ ਹੁਕਮ ਵਿੱਚ ਹੋਇਆ, ਜੋ ਹੋਏਗਾ ਉਹਦੇ ਹੁਕਮ ਵਿੱਚ ਹੋਏਗਾ। ਉਹ ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੈ ਨਾਨਕਾ ਸਾਈ। ਗੱਲ ਚੰਗੀ, ਚਿੰਤਾ ਗਈ ਬਲਾਏ। ਹਾਂਜੀ, ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਇਹ ਤਾਂ ਸਤਿਗੁਰੂ ਮਿਲੇਗਾ ਤੇ ਨਾਮ ਮਿਲੇਗਾ। ਸਤਿਗੁਰੂ ਤੋਂ ਬਿਨਾਂ ਤੁਹਾਨੂੰ ਨਾਮ ਕਿਸੇ ਨਹੀਂ ਦੇਣਾ। ਕੋਈ ਕੁਛ ਦੇਵੇਗਾ ਤੁਹਾਨੂੰ, ਕੋਈ ਕੁਛ ਦੇ ਦੇਗਾ, ਕੋਈ ਕੁਛ ਦੇ ਦੇਗਾ। ਨਾਮ ਗੁਰੂ ਤੋਂ ਬਿਨਾਂ ਕੋਈ ਨਹੀਂ ਦੇਗਾ। ਅੱਜ ਇਹ ਸੇਵਾ ਪੰਜ ਪਿਆਰੇ ਕਰਦੇ ਨੇ ਔਰ ਸਾਨੂੰ ਨਾਮ ਹੀ ਦਿੰਦੇ ਨੇ, ਮੂਲ ਮੰਤਰ ਦੇ ਰੂਪ ਵਿੱਚ, ਗੁਰ ਮੰਤਰ ਦੇ ਰੂਪ ਵਿੱਚ। ਜਿਨ੍ਹਾਂ ਨੂੰ ਨਾਮ ਮਿਲਿਆ ਉਹਨਾਂ ਦੀਆਂ ਤ੍ਰਿਸ਼ਨਾਵਾਂ ਵੀ ਚਲੇ ਗਈਆਂ, ਇੱਛਾ ਹੀ ਨਹੀਂ ਰਹੀਆਂ। ਪਹਿਲਾਂ ਤੇ ਇਸ ਸ਼ਬਦ ਸੀ ਨਾ ਕਿ ਜਿਹੜੀ ਭੁੱਖ ਹੈ ਉਹ ਚਲੀ ਗਈ। ਹੁਣ ਵੀ ਇੱਛਾ ਹੀ ਕੋਈ ਨਹੀਂ, ਤ੍ਰਿਸ਼ਨਾ ਹੀ ਨਹੀਂ ਹੈ। ਹਾਂਜੀ, ਨਾਨਕ ਨਾਮੇ ਰਤਿਆ, ਨਾਮੋ ਪੱਲੇ ਪਾਏ। ਜਿਹੜੇ ਨਾਮ ਦੇ ਵਿੱਚ ਰਤੇ ਹੋਏ ਨੇ, ਗੁਰੂ ਰਾਮਦਾਸ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ ਨਾਨਕ। ਉਹਨਾਂ ਦੇ ਪੱਲੇ ਵਿੱਚ ਵੀ ਨਾਮ ਹੀ ਹੁੰਦਾ ਹੈ। ਜਿਹੜੇ ਨਾਮ ਵਿੱਚ ਰੰਗੇ ਹੋਣਗੇ ਉਹਨਾਂ ਦੇ ਕੋਲ ਜਦੋਂ ਤੁਸੀਂ ਬੈਠੋਗੇ ਤਾਂ ਉਹਨਾਂ ਕੋਲ ਇਹੀ ਪਦਾਰਥ ਮਿਲੇਗਾ, ਇਹੀ ਖਜ਼ਾਨਾ ਮਿਲੇਗਾ। ਇਹੀ ਉਹਨਾਂ ਨੇ ਧਨ ਪ੍ਰਾਪਰਟੀ ਆਪਣੇ ਕੋਲ ਇਕੱਠੀ ਕੀਤੀ ਹੁੰਦੀ ਹੈ। ਇਹੀ ਵਸਤੂ ਉਹਨਾਂ ਨੇ ਆਪਣੇ ਜੀਵਨ ਵਿੱਚ ਵਿਹਾਜੀ ਹੈ। ਹਾਂਜੀ, ਮਹੱਲਾ ਚੌਥਾ। ਸਤਿਗੁਰ ਪੁਰਖ ਜੇ ਮਾਰਿਆ, ਭ੍ਰਮ ਭ੍ਰਮਿਆ ਘਰ ਛੋੜ ਗਿਆ। ਹੁਣ ਇਹਦੇ ਤੋਂ ਉਲਟ ਚੱਲੀਏ ਆਪਾਂ। ਉਹ ਕੌਣ ਹੈ ਜਿਹਨੂੰ ਗੁਰੂ ਨੇ ਆਪਣੇ ਸਨਮੁਖ ਲਿਆਂਦਾ ਹੀ ਨਹੀਂ, ਆਪਣੀ ਸ਼ਰਨ ਵਿੱਚ ਰੱਖਿਆ ਹੀ ਨਹੀਂ, ਜਿਹਨੂੰ ਨਾਮ ਦਿੱਤਾ ਹੀ ਨਹੀਂ? ਉਹ ਜਿਹੜਾ ਸਤਿਗੁਰੂ ਪੁਰਖ ਤੋਂ ਮਾਰਿਆ ਹੋਇਆ ਹੈ, ਫਟਕਾਰਿਆ ਹੋਇਆ ਹੈ। ਬਸ ਉਹ ਇਸੇ ਭਰਮ ਦੇ ਵਿੱਚ ਭਟਕਦਾ ਭਟਕਦਾ ਦੁਨੀਆ ਤੋਂ ਚਲਾ ਗਿਆ। ਹਾਂਜੀ, ਉਸ ਪਿੱਛੇ ਵੱਜੈ ਫਕੜੀ, ਮੋਹ ਕਾਲਾ ਆਗੇ ਭਇਆ। ਅੱਗੇ ਗਿਆ ਤੇ ਮੂੰਹ ਕਾਲਾ ਤੇ ਮਗਰ ਵੱਜੀ ਫਕੜੀ। ਹਾਂਜੀ, ਉਸ ਅਰਲ ਬਰਲ ਮੋਹ ਨਿਕਲੈ, ਨਿਤ ਝੱਗੂ ਸੁੱਟਦਾ ਮੁਆ। ਉਹਦੇ ਮੂੰਹ ਤੋਂ ਜਦੋਂ ਨਿਕਲੇਗਾ ਅਰਲ ਬਰਲੀ ਨਿਕਲੇਗਾ। ਪ੍ਰੋਫੈਸਰ ਸਾਹਿਬ ਸਿੰਘ ਨੇ ਉਹਦੇ ਅਰਥ ਕੀਤੇ ਨੇ ਬਕਵਾਸ। ਉਹ ਜਦੋਂ ਕਰੇਗਾ ਬਕਵਾਸ ਹੀ ਕਰੇਗਾ। ਤੁਸੀਂ ਵੇਖੇ ਹੋਣੇ ਬੰਦੇ ਉਬਲਦੇ ਫਿਰਦੇ, ਉਬਲਦੇ। ਮੈਂ ਤਾਂ ਕਹਿੰਦਾ ਵੀ ਸ਼ੁਕਰ ਹੈ ਮਹਾਰਾਜ ਨੇ ਸਿਰਫ ਇਹਨਾਂ ਨੂੰ ਕੋਈ ਸਤਾ ਨਹੀਂ ਦੇਤੀ, ਕੋਈ ਸ਼ਕਤੀ ਨਹੀਂ ਦੇਤੀ, ਕੋਈ ਮਾਣ ਪਦਵੀ ਨਹੀਂ ਦੇਤੀ। ਇੱਕ ਸੱਜਣ ਗੁਰਦੁਆਰੇ 'ਚ ਬੜੀ ਸੇਵਾ ਕਰਦਾ ਸੀ। ਤੁਸੀਂ ਉਹਦੀ ਨਿਸ਼ਠਾ ਨੂੰ, ਕਿ ਜਿਸ ਦਿਨ ਉਹਦਾ ਵਿਆਹ ਹੋਇਆ ਉਸ ਦਿਨ ਵੀ ਜਦੋਂ ਡੋਲੀ ਘਰ ਆ ਗਈ ਤਾਂ ਉਹ ਕਹਿੰਦਾ ਜੀ ਮੇਰਾ ਤੇ ਗੁਰਦੁਆਰੇ ਦਾ ਟਾਈਮ ਹੋ ਗਿਆ, ਮੈਂ ਚੱਲਿਆ। ਪੂਰੀ ਰਾਤ ਗੁਰਦੁਆਰਾ ਸੀਸਕਾ ਸਾਹਿਬ ਰਹਿੰਦਾ ਸੀ, ਪੂਰੀ ਰਾਤ। 40 ਸਾਲ ਹੋ ਗਏ।
ਜਦੋਂ 91 ਚ ਮੈਂ ਸੀਸਗੜ੍ਹ ਸਾਹਿਬ ਸੇਵਾ ਮੈਨੂੰ ਮਿਲੀ। ਹੁਣ ਜਿਹੜਾ ਵਿਅਕਤੀ ਆਵੇ, ਹੁਣ ਮੈਂ ਪੂਰਾ ਨਾਂ ਨਹੀਂ ਲੈਣਾ ਕਿਉਂਕਿ ਫਿਰ ਉਹ ਗੱਲਬਾਤ ਹੀ ਬਾਹਰ ਚਲ ਜਾਂਦੀ ਹੈ, ਉਹ ਆ ਕੇ ਕਵੇ ਜੀ ਉਹ ਗਾਲਾਂ ਕੱਢਦਾ ਹੈ, ਔਰ ਗਾਲਾਂ ਕੱਢੇ ਵੀ ਬੜੀਆਂ ਗੰਦੀਆਂ, ਮਾਵਾਂ ਦੀਆਂ, ਭੈਣਾਂ ਦੀਆਂ। ਤੇ ਮੇਰੇ ਮੂੰਹ ਤੋਂ ਇੱਕੋ ਹੀ ਗੱਲ ਨਿਕਲੇ ਵੀ ਤੁਸੀਂ ਨਾ ਸ਼ੁਕਰ ਕਰਿਆ ਕਰੋ ਗੁਰੂ ਤੇਗ ਬਹਾਦਰ ਦਾ, ਵੀ ਇੱਕ ਵਾਰੀ ਮੱਥਾ ਨਾ ਇਹਦੇ ਨਾਂ ਦਾ ਵੀ ਟੇਕਿਆ ਕਰੋ। ਕਹਿੰਦੇ ਕਿਉਂ? ਮੈਂ ਕਿਹਾ ਵੀ ਸ਼ੁਕਰ ਹੈ, ਇਹਨੂੰ ਤਾਂ ਰੱਬ ਨੇ ਦਿੱਤਾ ਹੀ ਕੁਛ ਨਹੀਂ, ਇਹਦੇ ਗਾਲਾਂ ਕੱਢਣ ਨਾਲ ਤੁਹਾਡਾ ਵੀ ਕੁਝ ਨਹੀਂ ਵਿਗੜਦਾ। ਤੇ ਜੇ ਕਿਤੇ ਦਰਬਾਸ਼ਾ ਰਿਸ਼ੀ ਵਾਂਗੂ ਥੋੜੇ ਬਹੁਤ ਹੀ ਕਿਤੇ ਇਹਨੂੰ ਕੁਝ ਕਰਾਮਾਤ ਮਿਲ ਜਾਂਦੀ, ਇਹਨੇ ਤਾਂ ਤੁਹਾਨੂੰ ਵੀ ਫੂਕ ਮਾਰ ਕੇ ਉਡਾ ਦੇਣਾ ਸੀ, ਮੈਨੂੰ ਵੀ ਉਡਾ ਦੇਣਾ ਸੀ। ਫਿਰ 40 ਸਾਲ ਸੇਵਾ ਕਰਕੇ ਘਰ ਦੀ ਸੁਹਾਗ ਰਾਤ ਵੀ ਛੱਡ ਕੇ ਤੇ ਬੰਦਾ ਪਹੁੰਚਿਆ ਕਿੱਥੇ? ਗਾਲਾਂ ਹੀ ਕੱਢੀ ਜਾਂਦਾ ਸਾਰਿਆਂ ਨੂੰ। ਅੱਜ ਵੀ ਤੁਸੀਂ ਵੇਖੋ ਗਲੀ ਗਲੀ ਤੁਰੇ ਫਿਰਦੇ ਨੇ ਬੰਦੇ, ਮਾਈਕ ਹੱਥ 'ਚ ਫੜਿਆ, ਬੋਲੀ ਜਾਂਦੇ ਨੇ, ਬੋਲੀ ਜਾਂਦੇ ਨੇ। ਮੈਂ ਕਹਿੰਦਾ ਸ਼ੁਕਰ ਹੈ ਸੱਚੇ ਪਾਤਸ਼ਾਹ, ਜੇ ਤੂੰ ਥੋੜਾ ਜਿਹਾ ਕਿਨਕਾ ਵੀ ਇਹਨਾਂ ਦੀ ਝੋਲੀ ਪਾ ਦਿੰਦਾ ਤੇ ਫਿਰ ਆਮ ਆਦਮੀ ਦਾ ਤੇ ਇਹਨਾਂ ਨੇ ਜਿਉਣਾ ਹੀ ਦੁੱਭਰ ਕਰ ਦੇਣਾ ਸੀ। ਇਹਨਾਂ ਨੇ ਫੂਕ ਮਾਰ ਕੇ ਉਡਾ ਦਿਆ ਕਰਨਾ ਸੀ, ਕਿਸੇ ਨੂੰ ਭੇਡ ਬੱਕਰੀ ਬਣਾ ਦਿਆ ਕਰਨਾ ਸੀ। ਇਹ ਤੋਂ ਢਾਕੇ ਵਾਲੀਆਂ ਫਫੇ ਕੁੱਟਣੀਆਂ ਵਾਲਾ ਕੰਮ ਹੋਣਾ ਸੀ। ਜਦੋਂ ਦਿਲ ਕਰਦਾ ਭਾਈ ਮਰਦਾਨੇ ਵਰਗੇ ਦੇ ਗਲ 'ਚ ਧਾਗਾ ਪਾ ਕੇ ਭੇਡੂ ਬਣਾ ਦਿਆ ਕਰਦੇ। ਤਾਂ ਇਹ ਤਾਂ ਸ਼ੁਕਰ ਹੈ ਵੀ ਇਹ ਤਾਂ ਇੱਥੋਂ ਇਹ ਇੰਨੇ ਜੋਗੇ ਹੀ ਨੇ, ਅਰਲ ਬਰਲੀ ਹੈ, ਬਕਵਾਸ ਕਰਨ ਜੋਗੇ ਹੀ ਨੇ। ਇਹ ਸ਼ਬਦ ਹੈ, ਸਤਿਗੁਰ ਪੁਰਖ ਜੇ ਮਾਰਿਆ ਭ੍ਰਮ 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 ਭ੍ਰਮਿਆ ਘਰ ਛੋੜ ਗਿਆ, ਉਸ ਪਿੱਛੇ ਵੱਜੇ ਫਕੜੀ ਮੂੰਹ ਕਾਲਾ ਆਗੇ ਭਇਆ, ਉਸ ਅਰਲ ਬਰਲ ਮੂੰਹੋਂ ਨਿਕਲੇ ਤੇ ਨਿਤ ਝੱਗੂ ਸੁੱਟਦਾ ਮੂਆ। ਮੈਂ ਕਹਿੰਦਾ ਜਦੋਂ ਇਹੋ ਜਿਹੇ ਬੰਦੇ ਮਾਈਕ ਤੇ ਬੋਲਦੇ ਨੇ ਨਾ, ਪਤਾ ਨਹੀਂ ਮੁੜ ਕੇ ਉਹ ਸਾਊਂਡ ਸਿਸਟਮ ਵਾਲੇ ਮਾਈਕ ਕਿੱਦਾਂ ਸਾਫ਼ ਕਰਦੇ ਹੋਣੇ, ਕਿੰਨਾ ਕੁ ਉਹਦੇ ਵਿੱਚ ਉਹਨਾਂ ਦੀ ਮੂੰਹ ਦੀ ਉਹ ਗਲਬਾ ਹੀ ਚਲੇ ਜਾਂਦਾ ਹੋਣਾ ਉਹਦੇ 'ਚ। ਕੀ ਮਿਲਿਆ? ਸਾਰੀ ਜ਼ਿੰਦਗੀ ਗਵਾ ਲਈ ਅਸੀਂ। ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ। ਅਗਰ ਸਵੇਰੇ ਉੱਠ ਹੀ ਪਏ ਆ, ਇਸ਼ਨਾਨ ਕਰ ਹੀ ਲਿਆ, ਪਾਠ ਕਰ ਲਿਆ, ਗੁਰਦੁਆਰੇ ਆ ਹੀ ਗਏ ਆ, ਫਿਰ ਇਹਨੂੰ ਸੰਭਾਲੋ, ਇਸ ਕਮਾਈ ਨੂੰ ਸੰਭਾਲੋ ਭਾਈ, ਇਹ ਖਜ਼ਾਨਾ ਸੰਭਾਲ ਲਓ। ਵੇਖੋ ਮੈਂ ਕਿਸੇ ਬੰਦੇ ਦੀ ਗੱਲ ਸੁਣੀ ਸੀ, ਉਹ ਕਹਿੰਦਾ ਸੀ ਵੀ ਜੇ ਗੁਰੂ ਮਹਾਰਾਜ ਦੀ ਇੰਨੀ ਕੁ ਕਿਰਪਾ ਹੋਵੇ, ਏਦਾਂ ਆ ਪਹਿਲੀ ਉਂਗਲ ਤੇ ਅੰਗੂਠਾ ਜੋੜ ਕੇ, ਤੇ ਕਹਿੰਦਾ ਇੰਨਾ ਖਜ਼ਾਨਾ ਮਿਲ ਸਕਦਾ ਹੈ, ਏਦਾਂ ਬਾਹਾਂ ਖੋਲ ਕੇ। ਫਿਰ ਉਹਨੇ ਫਿਰ ਕਿਹਾ, ਕਹਿੰਦਾ ਫਿਰ ਇੰਨੀ ਕਿਰਪਾ ਹੋਵੇ, ਫਿਰ ਬਾਹਾਂ ਖੋਲੀਆਂ ਤੇ ਕਹਿੰਦਾ ਇਹ ਸੰਭਾਲਿਆ ਜਾ ਸਕਦਾ, ਨਹੀਂ ਤੇ ਐਵੇਂ ਹੀ ਚਲਾ ਜਾਏਗਾ। ਦੇਖੋ ਗੁਰੂ ਸਾਨੂੰ ਉਠਾਉਂਦਾ ਵੀ ਹੈ, ਪਾਠ ਕਰਾਉਂਦਾ ਵੀ ਹੈ, ਸੇਵਾ ਵੀ ਅਸੀਂ ਕਰਦੇ ਹਾਂ। ਕਈ ਬੰਦੇ ਨੇ ਤੇ ਪੂਰੀ ਪੂਰੀ ਜ਼ਿੰਦਗੀ ਦੀ ਮਾਇਆ ਇਸ ਪਾਸੇ ਖਰਚਤੀ ਹੈ, ਪਰ ਪਹੁੰਚੇ ਕਿਤੇ ਨਹੀਂ, ਅਵਸਥਾ ਕੋਈ ਨਹੀਂ ਬਣੀ। ਨਿਤ ਝੱਗੂ ਸੁੱਟਦੇ ਵਾਲੀ ਹਾਲਤ ਹੈ, ਮੂੰਹ ਤੋਂ ਝੱਗ ਨਿਕਲਦੀ ਹੈ, ਸਾਰਾ ਦਿਨ ਹੀ ਨਿੰਦਿਆ। ਇੱਥੇ ਝੱਗ ਦਾ ਅਰਥ ਨਹੀਂ ਹਲਕਾਉਂਦਾ ਨਹੀਂ ਹੈ, ਉਹ ਨਿੰਦਿਆ ਕਰਦਾ ਸਾਰਾ ਦਿਨ, ਇਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ, ਉਹ ਵੀ ਮਾੜਾ ਹੈ। ਉਹਦੀ ਅਵਸਥਾ ਹੀ ਇਹ ਬਣ ਗਈ। ਹਾਂਜੀ, ਕਿਆ ਹੋਵੇ ਕਿਸਾ ਹੀ ਦਾ ਕੀਤਾ, ਜਾਂ ਧੁਰ ਕਿਰਤੋ ਸਦਾ ਇਹੋ ਜਿਹਾ ਪਿਆ। ਗੁਰੂ ਚੌਥੇ ਪਾਤਸ਼ਾਹ ਕਹਿੰਦੇ ਕੋਈ ਕੀ ਕਰ ਸਕਦਾ ਹੈ? ਕਹਿੰਦੇ ਰੱਬ ਨੇ ਧੁਰ ਦਰਗਾਹ ਤੋਂ ਉਹਦੀ ਡਿਊਟੀ ਇਹ ਲਾਈ ਹੈ ਵੀ ਤੂੰ ਮੂੰਹ ਤੋਂ ਝਾਗੀ ਸੁੱਟਣੀ ਹੈ, ਨਿੰਦਿਆ ਹੀ ਕਰਨੀ ਹੈ, ਤੂੰ ਅਰਲ ਬਰਲ ਹੀ ਬੋਲਣਾ ਹੈ। ਵੇਖੋ ਮਾੜਾ ਵੀ ਤੇ ਕੋਈ ਬੋਲੇਗਾ ਹੀ ਨਾ, ਮਾੜਾ ਕੋਈ ਬੋਲੇਗਾ ਤੇ ਤਾਂ ਹੀ ਪਤਾ ਲੱਗੇਗਾ ਵੀ ਗੁਰਮੁਖ ਕੌਣ ਹੈ। ਬੁਰਾਈ ਦੀ ਨਿਸਬਤ ਹੀ ਇਸ਼ਾਈ ਦੀ ਕੀਮਤ ਹੈ। ਜਦੋਂ ਬੁਰਾਈ ਖਤਮ ਹੋ ਜਾਏਗੀ, ਇਸ਼ਾਈ ਦੀ ਵੈਲਿਊ, ਕੀਮਤ ਜਿਹੜੀ ਹੈ ਉਹ ਵੀ ਲੋਕਾਂ ਨੂੰ ਸਮਝ ਹੀ ਨਹੀਂ ਆਏਗੀ। ਹਾਂਜੀ, ਜਿੱਥਾ ਉਹ ਜਾਏ ਤਿੱਥਾ ਉਹ ਝੂਠਾ, ਕੂੜ ਬੋਲੇ ਕਿਸੈ ਨਾ ਭਾਵੈ। ਉਹ ਜਿੱਥੇ ਜਾਂਦਾ ਦੁਨੀਆ ਜਾਣਦੀ ਹੈ ਝੂਠਾ ਹੈ, ਇਸੇ ਕਰਕੇ ਉਹਦਾ ਬੋਲਿਆ ਕਿਸੇ ਨੂੰ ਭਾਉਂਦਾ ਹੀ ਨਹੀਂ, ਕਿਸੇ ਨੂੰ ਨਹੀਂ ਚੰਗਾ ਲੱਗਦਾ ਉਹਦਾ ਬੋਲਣਾ। ਜਿਹਦੇ ਮੂੰਹ ਤੋਂ ਝੱਗ ਨਿਕਲਦੀ ਹੈ, ਨਿੰਦਿਆ ਨਿਕਲਦੀ ਹੈ, ਜਿਹਦੇ ਮੂੰਹ ਤੋਂ ਅਰਲ ਬਰਲ
ਬਕਵਾਸ ਨਿਕਲਦੀ ਹੈ। ਉਹ ਜਿੱਥੇ ਜਾਂਦਾ ਉੱਥੇ ਹੀ ਝੂਠ ਹੈ। ਹਾਂਜੀ। ਵੇਖੋ ਭਾਈ ਵਡਿਆਈ ਹਰ ਸੰਤੋ ਸੁਆਮੀ ਆਪਣੇ ਕੀ, ਜੈਸਾ ਕੋਈ ਕਰੈ ਤੈਸਾ ਕੋਈ ਪਾਵੈ। ਗੁਰੂ ਚੌਥੇ ਪਾਤਸ਼ਾਹ ਕਹਿੰਦੇ ਆਪਣੇ ਕਰਤੇ ਦੀ ਵਡਿਆਈ ਵੇਖੋ, ਕਿਆ ਵਡਿਆਈ ਉਹਦੀ। ਜੋ ਕੋਈ ਕਰਦਾ ਉਹਦਾ ਉਹਨੂੰ ਫਲ ਮਿਲਦਾ ਹੈ। ਚੰਗੇ ਨੂੰ ਚੰਗਾ ਮਿਲਦਾ ਹੈ, ਮਾੜੇ ਨੂੰ ਮਾੜਾ ਮਿਲਦਾ ਹੈ, ਬੁਰੇ ਨੂੰ ਬੁਰਾ ਮਿਲਦਾ ਹੈ, ਭਲੇ ਨੂੰ ਭਲਾ ਮਿਲਦਾ ਹੈ। ਫੈਸਲਾ ਤਾਂ ਗੁਰੂ ਨਾਨਕ ਸਾਹਿਬ ਕਰ ਗਏ ਸੀ, ਆਪੇ ਬੀਜ ਆਪੇ ਹੀ ਖਾ, ਆਪੇ ਬੀਜਣਾ ਆਪੇ ਵੱਢਣਾ ਹੈ। ਹਾਂਜੀ। ਇਹੋ ਬ੍ਰਹਮ ਵਿਚਾਰ ਹੋਵੈ ਦਰ ਸਾਚੈ, ਅੱਗੋਂ ਦੇ ਜਨ ਨਾਨਕ ਆਖ ਸੁਣਾਵੈ। ਗੁਰੂ ਚੌਥੇ ਪਾਤਸ਼ਾਹ ਫਿਰ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਕਹਿੰਦੇ ਮੈਂ ਨਾਨਕ ਤੁਹਾਨੂੰ ਅੱਗੋਂ ਦੱਸ ਰਿਹਾ, ਅੱਗੋਂ ਤੋਂ ਭਾਵ ਪਹਿਲਾਂ, ਐਡਵਾਂਸ, ਬਿਫੋਰ ਕਿ ਉਹ ਸਮਾਂ ਆ ਜਾਏ। ਮੈਂ ਤੁਹਾਨੂੰ ਪਹਿਲਾਂ ਇਹ ਗੱਲ ਦੱਸ ਰਿਹਾ ਕਿ ਇਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ, ਉਸ ਸੱਚੇ ਦਰ ਤੇ ਇਹ ਵਿਚਾਰ ਹੋਣੀ ਜੇ। ਕਿਹੜਾ ਗੁਰਮੁਖ ਹੋਇਆ, ਕਿਹੜਾ ਮਨਮੁਖ ਹੋਇਆ, ਕਿੰਨੇ ਅਰਲ ਬਰਲ ਬੋਲਿਆ, ਕਿੰਨੇ ਨਾਮ ਦੀ ਕਮਾਈ ਕੀਤੀ, ਕਿਹਦੀਆਂ ਭੁੱਖਾਂ ਗਵਾਚੀਆਂ, ਕਿਹਦੀਆਂ ਤ੍ਰਿਸ਼ਨਾ ਮਿਟੀਆਂ, ਤੇ ਉਹ ਕੌਣ ਹੈ ਜਿਹਦਾ ਅੱਗੇ ਮੂੰਹ ਕਾਲਾ ਹੋ ਗਿਆ ਤੇ ਜਿਹਦੇ ਇੱਥੇ ਵੀ ਮਗਰ ਮੁੜ ਕੇ ਘਰ ਫਕੜੀ ਵੱਜਦੀ ਰਹੀ। ਹਾਂਜੀ। ਪੌੜੀ ਗੁਰ ਸੱਚਾ ਬੱਧਾ ਥੇਹੋ, ਰਖਵਾਲੇ ਗੁਰ ਦਿੱਤੇ। ਗੁਰੂ ਨੇ ਇੱਕ ਕਿਰਪਾ ਕੀਤੀ, ਇੱਕ ਥੇ ਬੰਨ ਦਿੱਤਾ, ਇੱਕ ਪਿੰਡ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਇਹ ਪਿੰਡ ਹੈ ਤੇ ਰਖਵਾਲੇ ਕੌਣ ਨੇ? ਰਖਵਾਲੇ ਤੁਹਾਡੇ ਗੁਰਸਿੱਖ ਗੁਰਮੁਖ ਭਾਈ ਨੇ ਭਾਈ, ਜਿਹੜੇ ਤੁਹਾਨੂੰ ਪੁੱਛਣਗੇ। ਇਹਨਾਂ ਹੀ ਸਵੇਰੇ ਪੁੱਛਣਾ ਹੈ ਤੁਹਾਨੂੰ ਵੀ ਕੀ ਗੱਲ ਹੋਈ ਅੱਜ ਸਵੇਰੇ ਹਰਿਮੰਦਰ ਸਾਹਿਬ ਦਰਸ਼ਨ ਨਹੀਂ ਹੋਏ। ਸੇ ਠੀਕ ਹੈ। ਇਹ ਕਦੇ ਪੁੱਛਣਗੇ ਤੁਹਾਨੂੰ ਨਿਤਨੇਮ ਦਾ ਕੀ ਹਾਲ ਹੈ ਤੁਹਾਡੇ ਦਾ। ਇਹ ਰਖਵਾਲੇ ਨੇ ਤੁਹਾਡੇ, ਇਹ ਹਮੇਸ਼ਾ ਵਾੜ ਬਣ ਕੇ ਤੁਹਾਡੇ ਆਲੇ ਦੁਆਲੇ ਰਹਿੰਦੇ ਨੇ ਕਿ ਕੋਈ ਬੁਰਾਈ ਤੁਹਾਡੇ ਘਰ ਨਾ ਚਲੀ ਜਾਏ। ਹਾਂਜੀ। ਪੂਰਨ ਹੋਈ ਆਸ ਗੁਰ ਚਰਨੀ ਮਨ ਰਤੇ। ਇੱਥੇ ਆਸਾਂ ਪੂਰੀਆਂ ਹੋ ਜਾਂਦੀਆਂ ਨੇ, ਗੁਰੂ ਦੇ ਚਰਨਾਂ ਦੇ ਵਿੱਚ ਮਨ ਰੰਗੇ ਜਾਂਦੇ ਨੇ। ਇਹ ਸਾਰਾ ਕੁਝ ਸੰਗਤ ਵਿੱਚ ਵਾਪਰਦਾ, ਇੱਥੇ ਜਿਹੜਾ ਬੱਧਾ ਹੈ ਇੱਥੇ ਵਾਪਰਦਾ ਹੈ। ਹਾਂਜੀ। ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ। ਉਹ ਜਿਹੜਾ ਵਾਹਿਗੁਰੂ ਹੈ ਉਹ ਬੜਾ ਬੇਅੰਤ ਹੈ, ਉਹ ਬੜੀ ਕਿਰਪਾ ਕਰਦਾ ਹੈ। ਗੁਰ ਕਿਰਪਾਲ ਬੇਅੰਤ ਅਵਗਣ ਸਭ ਹਤੇ। ਉਹ ਸਾਡੇ ਅਵਗਣ ਕੱਢ ਦਿੰਦਾ ਹੈ, ਸਾਡੇ ਅੰਦਰੋਂ ਬੁਰਾਈਆਂ ਕੱਢ ਦਿੰਦਾ ਹੈ, ਸਾਡੇ ਅੰਦਰ ਛਾਈਆਂ ਗੁਣ ਭਰ ਦਿੰਦਾ ਹੈ। ਹਾਂਜੀ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ। ਗੁਰੂ ਨੇ ਆਪਣੀ ਕਿਰਪਾ ਕਰਕੇ ਫਿਰ ਆਪਣੀ ਬਣਾ ਲਏ। ਉਹ ਜਿਹੜੇ ਇਸ ਥਿਆ ਵਿੱਚ ਆ ਜਾਂਦੇ ਨੇ, ਸੰਗਤ ਵਿੱਚ ਆ ਜਾਂਦੇ ਨੇ, ਉਹ ਗੁਰੂ ਦੇ ਹੋ ਜਾਂਦੇ ਨੇ, ਉਹ ਗੁਰੂ ਵਾਲੇ ਬਣ ਜਾਂਦੇ ਨੇ। ਉਹਨਾਂ ਦੀ ਪਹਿਚਾਣ ਇਦਾਂ ਦੀ ਹੋ ਜਾਂਦੀ ਹੈ ਕਿ ਉਹ ਇਹ ਭਾਈ ਗੁਰੂ ਵਾਲੇ ਨੇ, ਇਹ ਗੁਰੂ ਕੇ ਨੇ, ਇਹ ਗੁਰੂ ਦੇ ਆਪਣੇ ਨੇ। ਹਾਂਜੀ। ਨਾਨਕ ਸਰਬਲਿਹਾਰ ਜਿਸ ਗੁਰ ਕੇ ਗੁਣ ਇਤੇ। ਗੁਰੂ ਚੌਥੇ ਪਾਤਸ਼ਾਹ ਫਿਰ ਪੌੜੀ ਵਿੱਚ ਕਹਿੰਦੇ ਮੈਂ ਆਪਣੇ ਸਤਿਗੁਰੂ ਤੋਂ ਸਦਕੇ ਜਾਵਾਂ ਜਿਹਦੇ 'ਚ ਇੰਨੇ ਗੁਣ ਨੇ, ਜਿਹਦੀਆਂ ਇੰਨੀਆਂ ਹੀ ਛਾਈਆਂ ਨੇ, ਜਿਹਨੇ ਇਦਾਂ ਦੀ ਮਰਿਆਦਾ ਬੰਨ੍ਹ ਦਿੱਤੀ ਹੈ, ਜਿਹਦੇ ਘਰ ਦੇ ਇਦਾਂ ਦੇ ਪ੍ਰਿੰਸੀਪਲ ਅਸੂਲ ਨੇ ਕਿ ਜੋ ਕਰੇਗਾ ਸੋ ਪਾਏਗਾ। ਇਸੇ ਕਰਕੇ ਗੁਰਮੁਖ ਨੂੰ ਕੋਈ ਚਿੰਤਾ ਹੈ ਹੀ ਨਹੀਂ। ਇੱਥੇ ਤਾਂ ਭਾਈ ਜੇ ਬੁਰਾ ਕਰੇਗਾ ਕੋਈ ਆਪੇ ਬੁਰਾ ਪਾਲੇਗਾ, ਭਲਾ ਕਰੇਗਾ ਤਾਂ ਉਹਨੂੰ ਭਲਾ ਫਲ ਮਿਲ ਜਾਏਗਾ। ਸੱਚੇ ਪਾਤਸ਼ਾਹ ਮਿਹਰ ਕਰਨ। ਸਾਨੂੰ ਦੋਨੋਂ ਪੱਖ ਸਤਿਗੁਰੂ ਜੀ ਨੇ ਅੱਜ ਬਖਸ਼ਿਸ਼ ਕੀਤੇ ਨੇ, ਇੰਨੀ ਸੇਵਾ ਪ੍ਰਵਾਨ ਕਰਨੀ। ਭੁੱਲਾਂ ਮੇਰੀਆਂ ਨੇ, ਖਿਮਾ ਕਰ ਦੇਣੀਆਂ। ਉਪਦੇਸ਼ ਮੇਰੇ ਸਤਿਗੁਰੂ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਕਿਰਪਾ ਕੀਤੀ, ਆਪਣੀ ਗੋਦ ਵਿੱਚ ਬਿਠਾਇਆ,
ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ੀ। ਆਪ ਸੰਗਤ ਦਾ ਧੰਨਵਾਦ ਜੋ ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡ ਗ੍ਰੰਥੀ ਸਾਹਿਬ ਜੀ ਦਾ ਬਹੁਤ ਧੰਨਵਾਦ ਜੋ ਹਮੇਸ਼ਾ ਸਮਾਂ ਵੰਡ ਕਰਦੇ ਆਪ ਜੀ ਦੇ ਦਰਸ਼ਨ ਕਰਾਉਂਦੇ ਨੇ, ਕਿਉਂਕਿ ਮੇਰੀ ਹਮੇਸ਼ਾ ਉਹਨਾਂ ਨੂੰ ਬੇਨਤੀ ਹੁੰਦੀ ਕਿ ਮੈਨੂੰ ਇੱਦਾਂ ਦੇ ਦਿਨ ਦੇ ਦਿਓ ਤਾਂ ਕਿ ਮੈਂ ਉੱਥੇ ਵੀ ਆਪਣੀ ਸੇਵਾ ਪੂਰੀ ਨਿਭਾ ਸਕਾਂ ਤੇ ਇੱਥੇ ਵੀ ਮੈਂ ਕੋਈ ਵਿਚਕਾਰਲਾ ਦਿਨ ਹੋਵੇ, ਕੋਈ ਐਤਵਾਰ ਨਾ ਹੋਵੇ, ਕੋਈ ਗੁਰਪੁਰਬ ਨਾ ਹੋਵੇ, ਤਾਂ ਕਿ ਬੜੀ ਆਸਾਨੀ ਨਾਲ ਆਉਣਾ ਜਾਣਾ ਮੈਨੂੰ ਹੋ ਜਾਏ। ਤੋ ਹਮੇਸ਼ਾ ਹੀ ਪਿਆਰ ਕਰਦੇ ਨੇ, ਸਮਾਂ ਵੰਡ ਠੀਕ ਕਰ ਦਿੰਦੇ ਨੇ, ਉਹਨਾਂ ਦਾ ਵੀ ਧੰਨਵਾਦ। ਆਓ ਫਤਿਹ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਆਪਾਂ ਉਹਨਾਂ ਦਾ ਪਾਠ ਫਿਰ ਸਰਵਣ ਕਰੀਏ। ਹਾਂਜੀ। ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ, ਨਾਨਕ ਸਰ ਬਲਿਹਾਰ ਜਿਸ ਗੁਰ ਕੇ ਗੁਣ ਇਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ